ਐਂਡ ਵੈਲਕਮ ਟੂ AGS ਕਲਾਸਿਸ। ਆਈ ਹੋਪ ਤੁਸੀਂ ਸਭ ਠੀਕ ਹੋਵੋਗੇ। ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਲੋਕਲ ਗਵਰਨਮੈਂਟ ਪੰਚਾਇਤੀ ਰਾਜ, ਜੋ ਕਿ TCS ਦਾ ਇੱਕ ਬਹੁਤ ਹੀ ਜ਼ਿਆਦਾ ਫੇਵਰਟ ਟੌਪਿਕ ਆ, ਬਿਕੋਜ਼ ਇਹਨਾਂ 'ਚੋਂ ਉਹ ਇੱਕ ਦੋ ਤਾਂ ਕੁਐਸਚਨਸ ਆਪਾਂ ਨੂੰ ਪਾਈ ਦਿੰਦੇ ਆ। ਠੀਕ ਹੈ, ਸੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਸਟਾਰਟ ਕਰਦੇ ਹਾਂ। ਸੋ ਫਸਟ ਆਫ ਆਲ ਆਪਣਾ ਕੁਐਸਚਨ ਹੈਗਾ ਗਾ, ਵਿਚ ਪਾਰਟ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਇਨਕਲੂਡ ਪੰਚਾਇਤ। ਕਿਹੜੇ ਪਾਰਟ ਦੇ ਵਿੱਚ ਆਪਣੀਆਂ ਜਿਹੜੀਆਂ ਪੰਚਾਇਤ ਆ ਉਹਦਾ ਜ਼ਿਕਰ ਹੈਗਾ। ਠੀਕ ਹੈ, ਤਾਂ ਕਿਹੜੇ ਪਾਰਟ 'ਚ ਹੈਗਾ ਜੀ? ਪਾਰਟ 9 ਦੇ ਵਿੱਚ। ਠੀਕ ਹੈ, वैसे टोटल कितने पार्ट्स आ अपने इंडियन कॉन्स्टिट्यूशन के? 25 पार्ट्स आ टोटल। ठीक है, एंड पंचायत हैगा अपना पार्ट 9 ਦੇ ਵਿੱਚ। अगर ਆਪਾਂ ਨੂੰ ਪੁੱਛਿਆ ਜਾਵੇ ਕਿਹੜੇ ਆਰਟੀਕਲ ਦੇ ਵਿੱਚ ਆਪਣਾ ਪੰਚਾਇਤੀ ਰਾਜ ਆ ਜਾਂਦਾ, ਤਾਂ ਉਹ ਕਿਹੜੇ ਆਰਟੀਕਲਸ ਹੋਣਗੇ ਜੀ? 243A ਤੋਂ ਲੈ ਕੇ 243O ਤੱਕ। ਠੀਕ ਹੈ, ਔਰ ਕਿਹੜੇ ਸ਼ਡਿਊਲ ਦੇ ਵਿੱਚ ਆਉਂਦਾ ਆਪਣਾ ਪੰਚਾਇਤ ਦਾ? ਉਹ ਹੈਗਾ ਜੀ ਆਪਣਾ 11 ਸ਼ਡਿਊਲ। 11 ਸ਼ਡਿਊਲ ਦੇ ਵਿੱਚ ਆਪਣੀਆਂ ਪੰਚਾਇਤ ਦਾ ਜ਼ਿਕਰ ਹੈਗਾ। ਠੀਕ ਹੈ, ਨੈਕਸਟ ਕੁਐਸਚਨ ਹੈਗਾ ਜੀ, ਇਨ ਵਿਚ ਸ਼ੈਡਿਊਲ ਪੰਚਾਇਤ ਇਨਕਲੂਡ ਇਨ ਦਾ ਇੰਡੀਅਨ ਕਨਸਟੀਟਿਊਸ਼ਨ। ਜਿੱਦਾਂ ਕਿ ਆਪਾਂ ਹੁਣੇ ਦੇਖਿਆ ਸੀ ਕਿਹੜੇ ਸ਼ੈਡਿਊਲ ਦੇ ਵਿੱਚ ਆਉਂਦੀ ਆਪਣੀ ਇੰਡੀਅਨ ਕਨਸਟੀਟਿਊਸ਼ਨ? ਪਾਰਟ 11 ਦੇ ਵਿੱਚ। ਠੀਕ ਹੈ ਜੀ, ਔਰ ਅਗਰ ਪੁੱਛ ਲਿਆ ਜਾਵੇ ਕਿੰਨੇ ਸਬਜੈਕਟ ਹੁੰਦੇ ਆ ਆਪਣੇ ਪੰਚਾਇਤ ਦੇ? 29 ਸਬਜੈਕਟਸ ਹੁੰਦੇ ਆ। ਠੀਕ ਹੈ, ਐਂਡ ਅਵਰ ਨੈਕਸਟ ਕੁਐਸਚਨ ਇਜ਼, ਇਨ ਵਿਚ ਸਟੇਟ ਫॉर द फर्स्ट ਪੰਚਾਇਤੀ ਰਾਜ ਇਲੈਕਸ਼ਨ ਹੈਲਡ ਇਨ ਇੰਡੀਆ। ਸਭ ਤੋਂ ਪਹਿਲਾਂ ਕਿਹੜੀ ਸਟੇਟ ਦੇ ਵਿੱਚ ਪੰਚਾਇਤੀ ਰਾਜ ਲਾਗੂ ਹੋਇਆ ਸੀਗਾ? ਤਾਂ ਉਹ ਕਿਹੜੀ ਸਟੇਟ ਸੀ? ਰਾਜਸਥਾਨ ਦੇ ਵਿੱਚ। ਐਂਡ ਰਾਜਸਥਾਨ ਦਾ ਕਿਹੜਾ ਪਿੰਡ ਸੀਗਾ? ਉਹ ਨਗੌਰ। ਠੀਕ ਹੈ, ਬਿਕੋਜ਼ ਐਗਜ਼ਾਮ ਦੇ ਵਿੱਚ ਆਪਾਂ ਨੂੰ ਵਿਲੇਜ ਵੀ ਪੁੱਛ ਸਕਦੇ ਆ, ਬਿਕੋਜ਼ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਐਂਡ ਕਦੋਂ ਲਾਗੂ ਹੋਇਆ ਸੀਗਾ? 1959 ਨੂੰ। ਐਂਡ ਡੇਟ 2 ਅਕਤੂਬਰ। 2 ਅਕਤੂਬਰ ਨੂੰ ਆਪਣਾ ਕੀ ਹੁੰਦਾ ਜੀ? ਗਾਂਧੀ ਜੀ ਦਾ ਗਾਂਧੀ ਜਯੰਤੀ ਹੁੰਦੀ ਹੈ ਨਾ, ਤਾਂ ਆਪਾਂ ਯਾਦ ਕਰ ਸਕਦੇ ਹਾਂ ਕਿ ਗਾਂਧੀ ਜਯੰਤੀ ਵਾਲੇ ਦਿਨ ਕੀ ਹੋਇਆ ਸੀਗਾ? 2 ਅਕਤੂਬਰ 1959 ਨੂੰ ਪੰਚਾਇਤੀ ਰਾਜ ਲਾਗੂ ਹੋਇਆ ਸੀ ਰਾਜਸਥਾਨ ਦੇ ਨਗੌਰ ਪਿੰਡ ਦੇ ਵਿੱਚ। ਐਂਡ ਅਗਰ ਪੁੱਛ ਲਿਆ ਜਾਵੇ ਫਿਰ ਸੈਕਿੰਡ ਸਟੇਟ ਕਿਹੜੀ ਆ, ਤਾਂ ਉਹ ਹੈਗੀ ਆਪਣੀ ਆਂਧਰਾ ਪ੍ਰਦੇਸ਼। ਠੀਕ ਹੈ, ਐਂਡ ਨੈਕਸਟ ਕੁਐਸਚਨ ਹੈਗਾ, ਵਿਚ ਬॉडी ਗਿਵ ਦਾ ਆਈਡੀਆ ਆਫ 3 ਟਾਇਰ ਪੰਚਾਇਤ ਰਾਜ ਸਿਸਟਮ। ਕਿਹਨੇ ਕਿਹਾ ਸੀਗਾ ਜਿਹੜੀ ਆਪਣੀ ਪੰਚਾਇਤੀ ਰਾਜ ਆ ਉਹ 3 ਪੱਧਰੀ ਹੋਣੀ ਚਾਹੀਦੀ ਹੈ? ਤਾਂ ਉਹ ਕਿਹਨੇ ਕਿਹਾ ਸੀ? ਬਲਵੰਤ ਰਾਏ ਨੇ। ਠੀਕ ਹੈ, ਐਂਡ ਉਸ ਕਮੇਟੀ ਦਾ ਨਾਮ ਸੀ ਬਲਵੰਤ ਰਾਏ ਮਹਿਤਾ ਕਮੇਟੀ। ਐਂਡ ਕਦੋਂ ਕਿਹਾ ਸੀ ਉਹਨਾਂ ਨੇ? 1957 ਦੇ ਵਿੱਚ। ਤੇ ਫਿਰ ਆਪਾਂ ਨੂੰ ਕੁਐਸਚਨ ਆ ਸਕਦਾ ਕਿਹੜੇ ਟਾਇਰ ਹੈਗੇ ਉਹ 3? ਗ੍ਰਾਮ ਸਭਾ, ਪੰਚਾਇਤ ਸਮਿਤੀ ਐਂਡ ਡਿਸਟ੍ਰਿਕਟ ਲੈਵਲ ਤੇ। ਠੀਕ ਹੈ, ਐਂਡ ਨੈਕਸਟ ਹੈਗਾ ਅਸ਼ੋਕ ਮਹਿਤਾ ਕਮੇਟੀ। ਅਸ਼ੋਕ ਮਹਿਤਾ ਕਮੇਟੀ ਕਦੋਂ ਆਈ ਸੀਗੀ? ਐਨੀ ਆਈਡੀਆ? 1977 ਦੇ ਵਿੱਚ। ਠੀਕ ਹੈ, ਐਂਡ GBK ਰਾਓ ਕਮੇਟੀ ਕਦੋਂ ਆਈ ਸੀ? 1985 ਦੇ ਵਿੱਚ। ਐਂਡ ਅਸ਼ੋਕ ਮਹਿਤਾ ਕਮੇਟੀ ਨੇ ਆਪਾਂ ਨੂੰ ਕੀ ਕਿਹਾ ਸੀਗਾ? ਜਿੱਦਾਂ ਕਿ ਆਪਣੇ ਬਲਵੰਤ ਰਾਏ ਮਹਿਤਾ ਕਮੇਟੀ ਸੀਗੀ, ਉਹਨਾਂ ਨੇ ਕਿਹਾ ਸੀਗਾ ਜਿਹੜੀ ਆਪਣੀ ਪੰਚਾਇਤ ਆ ਉਹ 3 ਲੈਵਲਸ ਤੇ ਹੋਣੀ ਚਾਹੀਦੀ ਆ। ਇਸੇ ਤਰ੍ਹਾਂ ਜਿਹੜੀ ਆਪਣੀ ਅਸ਼ੋਕ ਮਹਿਤਾ ਕਮੇਟੀ ਆ ਉਹਨੇ ਕਿਹਾ ਸੀਗਾ 2 ਟਾਇਰ ਹੋਣੇ ਚਾਹੀਦੇ ਆ। ਠੀਕ ਹੈ, ਨਗਰ ਪੰਚਾਇਤ ਐਂਡ ਮਿਊਨਿਸਪਲ ਕਾਰਪੋਰੇਸ਼ਨ। ਠੀਕ ਹੈ, ਮਿਊਨਿਸਪੈਲਿਟੀਜ਼ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਠੀਕ ਹੈ, ਇਹ ਵੀ ਬਹੁਤ ਇੰਪੋਰਟੈਂਟ ਟੌਪਿਕ ਆ। ਐਂਡ GBK ਰਾਓ ਕਦੋਂ ਆਈ ਸੀ? 1985 ਦੇ ਵਿੱਚ। ਇਹਨਾਂ ਨੇ ਕੀ ਕਿਹਾ ਸੀਗਾ ਵੀ ਮਤਲਬ ਗਰੀਬੀ ਹਟਾਉਣ। ਇਹਨਾਂ ਦਾ ਮੁੱਖ ਉਦੇਸ਼ ਸੀਗਾ ਵੀ ਜਿਹੜੇ ST SC SC ST ਵੂਮਨਸ ਹੈਗੇ ਉਹਨਾਂ ਨੂੰ ਆਪਾਂ ਰਿਜ਼ਰਵੇਸ਼ਨ ਦੇਈਏ। ਠੀਕ ਹੈ, ਉਸ ਤੋਂ ਬਾਅਦ ਹੈਗੀ ਆ LBM ਸਿੰਘਵੀ ਕਮੇਟੀ। ਸੌਰੀ ਯਾਰ, ਪਤਾ ਨਹੀਂ ਕੀ ਹੋ ਰਿਹਾ। ਇਹ ਆਈ ਸੀ 1986 ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਵੇਟ ਕੁਛ ਹੋ ਗਿਆ ਹੈ, ਸੌਰੀ। ਉਸ ਤੋਂ ਬਾਅਦ ਹੈਗਾ ਗਾ ਲੋਕਲ ਐਡਮਿਨਿਸਟ੍ਰੇਸ਼ਨ 83 ਸਬਜੈਕਟ। ਤਾਂ ਲੋਕਲ ਜਿਹੜਾ ਆਪਣੀ ਐਡਮਿਨਿਸਟ੍ਰੇਸ਼ਨ ਉਹ ਕਿਹੜੇ ਸਬਜੈਕਟ 'ਚ ਆ ਜਾਂਦੀ ਹੈ? ਆਪਣੇ ਸਟੇਟ ਦੇ ਵਿੱਚ। ਠੀਕ ਹੈ, ਸਬਜੈਕਟ ਕਿਹੜੇ 'ਚ ਆ ਜਾਂਦੀ? ਆਪਣੀ ਸਟੇਟ ਸਬਜੈਕਟ ਦੇ ਵਿੱਚ ਆ ਜਾਂਦੀ ਹੈ। ਤੇ ਪੰਚਾਇਤ ਦੇ ਟੋਟਲ ਕਿੰਨੇ ਸਬਜੈਕਟ ਸੀ ਆਪਣੇ ਕੋਲ? 29। ਐਂਡ ਆਵਰ ਨੈਕਸਟ ਕੁਐਸਚਨ ਇਜ਼, ਵਿਚ ਆਰਟੀਕਲ ਡੀਲ ਵਿਦ ਦਾ ਆਡਿਟ ਆਫ ਅਕਾਊਂਟਸ। ਜਿਹੜਾ ਆਡਿਟ ਆਫ ਅਕਾਊਂਟ ਆ ਕਿਹੜਾ ਆਰਟੀਕਲ ਡੀਲ ਕਰਦਾ? ਵੈਸੇ ਆਪਾਂ ਹੁਣ ਇਹਨਾਂ ਨੂੰ ਨੈਕਸਟ ਆਪਾਂ ਇੱਕ ਵਾਰੀ ਪੜ੍ਹ ਲਾਂਗੇ। ਠੀਕ ਹੈ, ਮੈਮਰੀ ਟ੍ਰਿਕਸ ਦੇ ਨਾਲ। ਤਾਂ ਇਹਦਾ ਆਂਸਰ ਹੈ 243J ਦੇ ਵਿੱਚ ਆ ਜਾਂਦਾ ਹੈ। ਸੋ ਲੈਟਸ ਸਟਾਰਟ ਅਵਰ ਆਰਟੀਕਲ। ਠੀਕ ਹੈ, ਜਿੱਥੇ ਲੋੜ ਪਈ ਆਪਾਂ ਨੂੰ ਮੈਮਰੀ ਟ੍ਰਿਕਸ ਦੀ ਆਪਾਂ ਨੂੰ ਯੂਜ਼ ਕਰਾਂਗੇ। ਠੀਕ ਹੈ, ਫਸਟ ਆਰਟੀਕਲ ਹੈਗਾ 243। ਇਹ 'ਚ ਦੱਸਿਆ ਗਿਆ ਕਿ ਪੰਚਾਇਤ ਕੀ ਹੁੰਦੀ ਆ? ਜੋ ਆਪਣੇ ਵਿਲੇਜ ਦੇ ਵਿੱਚ ਹੁੰਦੀ ਆ, ਜੋ ਆਪਣੀ ਵੈਲਫੇਅਰ ਦੇ ਲਈ ਕੰਮ ਕਰਦੀ ਆ, ਹੈ ਨਾ। ਉਸ ਤੋਂ ਬਾਅਦ ਹੈਗਾ 243A। ਇਹਦੇ ਵਿੱਚ ਕੀ ਆ? ਡਿਫਾਈਨ ਗ੍ਰਾਮ ਸਭਾ ਐਂਡ ਪਾਵਰਸ। ਇਹਨੂੰ ਆਪਾਂ ਕਿੱਦਾਂ ਲਰਨ ਕਰਾਂਗੇ? ਜਿੱਦਾਂ ਕਿ ਕੀ ਹੁੰਦਾ ਗਾ 243A। ਇਹ ਇਜ਼ ਦਾ ਫਸਟ ਲੈਟਰ ਆਫ ਐਲਫਾਬੈਟ। ਆਪਾਂ ਇਸ ਨੂੰ ਇਸ ਤਰ੍ਹਾਂ ਹੀ ਯਾਦ ਕਰਾਂਗੇ ਵੀ ਫਸਟ ਕੀ ਆ? ਗ੍ਰਾਮ ਸਭਾ ਹੋਊਗੀ ਤੇ ਉਹਦੀਆਂ ਪਾਵਰਸ ਹੋਣੀਆਂ। ਠੀਕ ਹੈ, ਨੈਕਸਟ ਹੈਗਾ 243B। ਇਹਦੇ ਵਿੱਚ ਹੈਗਾ ਗਾ ਪੰਚਾਇਤ ਐਟ ਵਿਲੇਜ, ਇੰਟਰਮੀਡੀਏਟ ਐਂਡ ਡਿਸਟ੍ਰਿਕਟ ਲੈਵਲ। ਜਿੱਦਾਂ ਕਿ ਆਪਾਂ ਕੀਤਾ ਸੀਗਾ ਨਾ, ਬਲਵੰਤ ਰਾਏ ਮਹਿਤਾ ਕਮੇਟੀ ਨੇ 3 ਟਾਇਰ ਦਿੱਤੇ ਸੀ, ਹੈ ਨਾ। ਉਸੇ ਤਰ੍ਹਾਂ ਜਿਹੜੀ ਪੰਚਾਇਤ ਦਾ ਵਿਲੇਜ ਤੇ ਕੀ ਰੋਲ ਹੋਊਗਾ, ਇੰਟਰਮੀਡੀਏਟ ਐਂਡ ਡਿਸਟ੍ਰਿਕਟ ਤੇ ਕੀ ਰੋਲ ਹੋਊਗਾ। ਐਜ਼ ਅ ਐਗਜ਼ਾਮਪਲ ਆਪਾਂ ਇਹਨਾਂ ਨੂੰ ਸੋਚ ਕੇ ਚੱਲ ਸਕਦੇ ਹਾਂ ਕਿ ਜਿੱਦਾਂ ਕਿ ਕਿਸੇ ਵਿਲੇਜ ਨੇ ਡਿਮਾਂਡ ਕੀਤੀ ਵੀ ਸਾਨੂੰ ਲਾਇਬ੍ਰੇਰੀ ਚਾਹੀਦੀ ਹੈ, ਤਾਂ ਜਿਹੜੀ ਵਿਲੇਜ ਲੈਵਲ 'ਤੇ ਹੋਊਗੀ ਗ੍ਰਾਮ ਸਭਾ ਕੀ ਹੋਊਗੀ, ਉਹ ਜਾ ਕੇ ਉਹਨਾਂ ਨੂੰ ਦੱਸੂਗੀ ਪੰਚਾਇਤ ਸਮਿਤੀ ਨੂੰ। ਤਾਂ ਉਹ ਕੀ ਕਰਨਗੇ? ਪਲਾਨ ਬਣਾਉਣਗੇ ਵੀ ਆਪਾਂ ਕਿੱਦਾਂ ਲਾਇਬ੍ਰੇਰੀ ਲਈ ਕੀ ਰਿਸੋਰਸਿਸ ਚਾਹੀਦੇ ਆਪਾਂ ਨੂੰ, ਕੀ ਕੁਛ ਚਾਹੀਦਾ, ਹੈ ਨਾ। ਅਤੇ ਫਿਰ ਡਿਸਟ੍ਰਿਕਟ ਲੈਵਲ 'ਤੇ ਜਾ ਕੇ ਕੀ ਕਰੂਗੀ? ਤਾਂ ਉਹ ਉਹਨਾਂ ਨੂੰ ਫੰਡਸ ਪ੍ਰੋਵਾਈਡ ਕਰੂਗੀ। ਠੀਕ ਹੈ,
उस तो बाद हैगा 243C ਇਹਦੇ 'ਚ ਹੈਗਾ C ਕੰਪੋਜੀਸ਼ਨ C ਸੇਮ ਹੋ ਗਿਆ ਨਾ, ਤਾਂ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਯਾਦ ਕਰਾਂਗੇ ਕੰਪੋਜੀਸ਼ਨ ਵੀ ਪੰਚਾਇਤ ਦੇ ਵਿੱਚ ਕਿੰਨੇ ਜਾਣੇ ਹੋਣਗੇ ਹੈ ਨਾ, ਇਹ ਆ ਜਾਊਗਾ। ਤੇ ਫਿਰ ਹੈਗਾ 243D ਡੀ 'ਚ ਹੈਗਾ ਗਾ ਰਿਜ਼ਰਵੇਸ਼ਨ ਫॉर SC ST ਐਂਡ ਵੂਮੈਨਸ ਵੀ ਕੀ ਰਿਜ਼ਰਵੇਸ਼ਨ ਮਿਲੂਗੀ। ਠੀਕ ਹੈ, ਵੂਮੈਨਸ ਨੂੰ ਕਿੰਨੀ ਰਿਜ਼ਰਵੇਸ਼ਨ ਮਿਲਦੀ ਆ ਇੰਡੀਆ 'ਚ ਪੰਚਾਇਤ ਲਈ 1/3। ਠੀਕ ਹੈ, ਅਗਰ ਸਪੈਸੀਫਿਕ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਵੂਮੈਨਸ ਦੀ ਰਿਜ਼ਰਵੇਸ਼ਨ ਹੈਗੀ ਆ 50%। ਤੇ SC ST ਦੀ ਰਿਜ਼ਰਵੇਸ਼ਨ ਕਿੱਦਾਂ ਹੁੰਦੀ ਹੈ ਕਿ ਮੰਨ ਲਓ ਕਿਸੇ ਪਿੰਡ ਦੇ ਵਿੱਚ 20% SC ਹੈਗੇ ਆ ਜਾਂ ਫਿਰ ST ਹੈਗੇ ਆ, ਤਾਂ ਉਹਨਾਂ ਨੂੰ ਕਿੰਨੀ ਰਿਜ਼ਰਵ ਹੋਣਗੀਆਂ ਸੀਟਾਂ 20% ਰਿਜ਼ਰਵ ਹੋਣਗੀਆਂ। ਠੀਕ ਹੈ, ਜਿੰਨੀ ਵੀ ਮਤਲਬ ਉਹਨਾਂ ਦੀ ਪੋਪੂਲੇਸ਼ਨ ਹੋਗੀ ਉਸ ਦੇ ਅਕੋਰਡਿੰਗ ਰਿਜ਼ਰਵੇਸ਼ਨ ਹੋਗੀ। ਬਟ ਵੂਮੈਨਸ ਦੀ ਕੀ ਆ ਫਿਕਸ ਆ 1/3 ਤਾਂ ਵੂਮੈਨਸ ਨੂੰ ਹੋਊਗਾ ਹੀ ਇੰਡੀਆ ਲੈਵਲ ਤੇ ਐਂਡ 50% ਹੋਊਗੀ ਪੰਜਾਬ ਦੀ। ਠੀਕ ਹੈ, ਉਸ ਤੋਂ ਬਾਅਦ ਹੈਗਾ 243E ਮਤਲਬ ਇੰਗਲਿਸ਼ ਦਾ 5 ਹੁੰਦਾ ਨਾ, E for 5, ਤਾਂ ਆਪਾਂ ਇਹਨੂੰ ਇਸ ਤਰ੍ਹਾਂ ਯਾਦ ਕਰਾਂਗੇ ਸੌਰੀ ਟੈਨਿਓਰ 5 ਸਾਲ। ਪੰਚਾਇਤ ਦੀ ਟੈਨਿਓਰ ਕਿੰਨਾ ਟਾਈਮ ਰਹਿ ਸਕਦੀ ਹੈ ਪੰਚਾਇਤ 5 ਸਾਲ। ਅਗਰ ਪੰਚਾਇਤ ਉਸ ਤੋਂ ਪਹਿਲਾਂ ਹੀ ਭੰਗ ਹੋ ਜਾਂਦੀ ਹੈ ਠੀਕ ਹੈ 5 ਇਅਰਸ ਤੋਂ, ਤਾਂ ਵਿਦਿਨ ਆਪਾਂ ਨੂੰ 6 ਮੰਥ ਦੇ ਵਿੱਚ ਵੋਟਾਂ ਕਰਵਾਉਣੀਆਂ ਜ਼ਰੂਰੀ ਹੁੰਦੀਆਂ। ਠੀਕ ਹੈ, ਉਸ ਤੋਂ ਬਾਅਦ ਹੈਗਾ ਨੈਕਸਟ 243F ਦੇ ਵਿੱਚ ਦੱਸਿਆ ਗਿਆ ਹੈਗਾ ਡਿਸਕੁਆਲੀਫਿਕੇਸ਼ਨ ਆਫ ਮੈਂਬਰਸ ਮਤਲਬ ਵੀ ਪੰਚਾਇਤ ਦਾ ਮੈਂਬਰ ਬਣਨ ਦੇ ਲਈ ਆਪਣੀ ਮਿਨੀਮਮ ਏਜ 21 ਇਅਰਸ ਹੋਣੀ ਚਾਹੀਦੀ ਹੈ। ਠੀਕ ਹੈ, ਅਗਰ ਤੁਸੀਂ 21 ਸਾਲ ਦੇ ਹੋ ਤਾਂ ਮਤਲਬ ਤੁਸੀਂ ਐਲੀਜੀਬਲ ਹੈਗੇ ਹੋ ਇਲੈਕਸ਼ਨ ਦੇ ਵਿੱਚ ਖੜੇ ਹੋਣ ਦੇ ਲਈ। ਉਸ ਤੋਂ ਬਾਅਦ ਹੈਗਾ 243G ਇਹਦੇ ਵਿੱਚ ਕੀ ਦੱਸਿਆ ਗਿਆ ਹੈਗਾ ਆਪਾਂ ਨੂੰ ਪਾਵਰ ਰਿਸਪੌਂਸਿਬਿਲਿਟੀਜ਼। ਠੀਕ ਹੈ ਜੀ, ਮਤਲਬ ਜਿਹਦੇ ਕੋਲ ਪਾਵਰ ਹੋਊਗੀ ਰਿਸਪੌਂਸਿਬਿਲਿਟੀਜ਼ ਹੋਣੀਆਂ ਉਹਨੂੰ ਸਾਰੀ ਕੀ ਕਰਦੇ ਜੀ ਕਰਦੇ। ਠੀਕ ਹੈ, ਤਾਂ ਆਪਾਂ ਇਸ ਨੂੰ ਐਜ਼ ਅ ਮੈਮਰੀ ਟ੍ਰਿਕ ਆਪਾਂ ਯਾਦ ਕਰ ਸਕਦੇ ਹਾਂ। ਉਸ ਤੋਂ ਬਾਅਦ ਹੈਗਾ 243H ਦੇ ਵਿੱਚ ਕੀ ਦੱਸਿਆ ਗਿਆ ਪਾਵਰ ਟੂ ਇੰਪੋਜ਼ ਟੈਕਸ ਮਤਲਬ ਵੀ ਜਿਹੜੀ ਪੰਚਾਇਤ ਆ ਉਹ ਟੈਕਸ ਲਾ ਸਕਦੀ ਹੈ ਕਿ ਵੈਸੇ ਜਿਹੜੀ ਪੰਚਾਇਤ ਆ ਉਹ ਜ਼ਿਆਦਾਤਰ ਟੈਕਸ ਲੈਂਡ ਟੈਕਸ ਹੀ ਇਕੱਠਾ ਕਰਦੀ ਹੈ। ਠੀਕ ਹੈ, ਉਸ ਤੋਂ ਬਾਅਦ ਹੈਗੀ ਆ 243I आई फाइनांस क्या आई पैसा आई, तो ਆਪਾਂ ਇਹਨੂੰ ਕਿੱਦਾਂ ਯਾਦ ਕਰਾਂਗੇ ਫਾਈਨਾਂਸ ਕਮਿਸ਼ਨ ਵੀ ਫਾਈਨਾਂਸ ਕਮਿਸ਼ਨ ਦੇਖਦੀ ਹੈ ਵੀ ਜਿਹੜੀ ਪੰਚਾਇਤ ਆ ਉਹ ਜਿਹੜਾ ਪੈਸਾ ਹੈਗਾ ਉਹ ਕਿੱਥੇ ਕਿੱਥੇ ਯੂਜ਼ ਕਰਦੀ ਹੈ। ਠੀਕ ਹੈ, ਉਸ ਤੋਂ ਬਾਅਦ ਹੈਗਾ 243J ਇਹ 'ਚ ਕੀ ਦੱਸਿਆ ਗਿਆ ਆਡਿਟ ਆਫ ਅਕਾਊਂਟ ਮਤਲਬ ਜਿਹੜਾ ਵੀਡੀਓ ਹੁੰਦਾ ਗਾ ਵਿਲੇਜ ਡਿਵੈਲਪਮੈਂਟ ਆਫਿਸਰ ਹੁੰਦਾ ਉਹ ਕੀ ਕਰਦਾ ਲੇਖਾ ਜੋਖਾ ਕਰਦਾ ਹੈਗਾ। ਠੀਕ ਹੈ, ਅਕਾਊਂਟਸ ਦਾ। ਉਸ ਤੋਂ ਬਾਅਦ ਹੈ 243K ਸੇ कौन करूँगा इलेक्शन कमीशन करूँगी केड़ी इलेक्शन कमीशन करूँगी इलेक्शन कमीशन ऑफ इंडिया और इलेक्शन कमीशन ऑफ स्टेट। तो आंसर होगा इलेक्शन कमीशन ऑफ स्टेट। ठीक है, पंचायत दी वोटां स्टेट दी करांदी है। ठीक है, इंडिया दी इलेक्शन कमीशन नहीं करांदी। उस तो बाद हैगा 243L ਇਹਦੇ 'ਚ ਦੱਸਿਆ ਗਿਆ ਗਾ ਐਪਲੀਕੇਸ਼ਨ ਟੂ ਯੂਟੀਜ਼ ਮਤਲਬ ਜਿਹੜੀਆਂ ਯੂਨੀਅਨ ਟੈਰੀਟਰੀਜ਼ ਹੁੰਦੀਆਂ ਲਾਈਕ ਜੰਮੂ ਕਸ਼ਮੀਰ ਪੁਡੂਚੇਰੀ ਹੋ ਗਈ ਹੈ ਨਾ ਦਿੱਲੀ ਹੋ ਗਈ, ਇਹਨਾਂ 'ਚ ਵੀ ਕੀ ਆ ਪੰਚਾਇਤੀ ਰਾਜ ਹੋਊਗਾ। ਉਸ ਤੋਂ ਬਾਅਦ ਹੈਗਾ 243M ਇਹਦੇ 'ਚ M ਸੇ ਦੋ ਹੀ ਹੋਗੀ ਨਾ ਮੇਘਾਲਿਆ ਐਂਡ ਮਿਜ਼ੋਰਮ ਐਂਡ ਨਾਗਾਲੈਂਡ, ਇੱਥੇ ਕੀ ਆ ਪੰਚਾਇਤੀ ਰਾਜ ਨਹੀਂ ਹੈਗਾ ਗਾ। ਠੀਕ ਹੈ, ਨੈਕਸਟ 243M ਦਾ ਕਲਾਊਸ A ਆ ਜਾਂਦਾ ਉਹਦੇ ਅੰਦਰ ਹੀ ਆ ਜਾਂਦਾ ਮਤਲਬ SC ਦੇ ਲਈ ਅਰੁਣਾਚਲ ਪ੍ਰਦੇਸ਼ ਦੇ ਵਿੱਚ ਰਿਜ਼ਰਵੇਸ਼ਨ ਨਹੀਂ ਹੈਗੀ। ਜਿੱਦਾਂ ਕਿ ਆਪਾਂ 243D ਦੇ ਵਿੱਚ ਪੜ੍ਹਿਆ ਸੀਗਾ ਵੀ SC ਨੂੰ ਰਿਜ਼ਰਵੇਸ਼ਨ ਮਿਲਦੀ ਹੈ ਨਾ ਅਦਰ ਸਟੇਟਸ ਦੇ ਵਿੱਚ ਤਾਂ ਮਿਲਦੀ ਆ ਬਟ ਅਰੁਣਾਚਲ ਦੇ ਵਿੱਚ ਨਹੀਂ ਮਿਲਦੀ, ਇਹ ਇੱਥੇ ਅਰੁਣਾਚਲ। ਠੀਕ ਹੈ, ਉਸ ਤੋਂ ਬਾਅਦ ਹੈਗਾ 243N ਕੰਸਟੀਟਿਊਸ਼ਨ ਆਫ ਐਗਜ਼ਿਸਟੈਂਸ ਲਾਅ ਮਤਲਬ ਵੀ ਮੰਨ ਲਓ ਜਿਵੇਂ ਕਿ ਕੋਈ ਨਵੀਂ ਪੰਚਾਇਤ ਬਣ ਗਈ। ਠੀਕ ਹੈ, ਪਹਿਲਾਂ ਕੋਈ ਹੋਰ ਸੀ ਹੁਣ ਹੋਰ ਸੀ, ਚਲੋ ਆਪਾਂ ਐਜ਼ ਆ ਇਹਨੂੰ ਗਵਰਨਮੈਂਟ ਹੀ ਲੈ ਕੇ ਚੱਲਦੇ। ਠੀਕ ਹੈ, ਪਹਿਲਾਂ ਕੋਈ ਹੋਰ ਸਰਕਾਰ ਸੀ ਹੁਣ ਨਿਊ ਸਰਕਾਰ ਸੀ, ਤਾਂ ਜਿਹੜੇ ਪਹਿਲਾਂ ਦੇ ਲਾਜ਼ ਵਗੈਰਾ ਸੀਗੇ ਹੈ ਨਾ ਉਹ ਇੱਕਦਮ ਤਾਂ ਨਹੀਂ ਬਦਲ ਸਕਦੇ ਨਾ ਮਤਲਬ ਜੇਕਰ ਮਤਲਬ 1-2 ਸਾਲ ਤੱਕ ਤਾਂ ਉਹ ਵੀ ਰਹਿਣਗੇ ਵੀ ਇੱਕਦਮ ਜੇ ਕੋਈ ਨਵਾਂ ਕਾਨੂੰਨ ਆ ਗਿਆ ਆਪਾਂ ਉਹਨੂੰ ਜੇ ਨਵੀਂ ਸਰਕਾਰ ਆ ਗਈ ਤਾਂ ਪਹਿਲਾਂ ਵਾਲੇ ਕਾਨੂੰਨ ਨੂੰ ਇੱਕਦਮ ਅਨੁਸਾਰ ਨਹੀਂ ਖਤਮ ਕਰ ਸਕਦੀ। ਠੀਕ ਹੈ, ਉਸ ਤੋਂ ਬਾਅਦ ਹੈਗਾ 243O ਉਹਦੇ ਵਿੱਚ ਕੀ ਦੱਸਿਆ ਗਿਆ ਪਾਵਰਸ ਟੂ ਇੰਟਰਫੇਅਰ ਬਾਈ ਕੋਰਟਸ ਮਤਲਬ ਵੀ ਮੰਨ ਲਓ ਜੀ ਕਿ ਤੁਹਾਡੇ ਪਿੰਡ ਦੇ ਵਿੱਚ ਇਲੈਕਸ਼ਨ ਚੱਲ ਰਹੀ ਆ ਬਟ ਕੋਈ ਪਰਸਨ ਨਹੀਂ ਸਹਿਮਤ ਹੈਗਾ ਗਾ ਇਲੈਕਸ਼ਨ ਕਰਾਉਣ ਦੇ ਵਿੱਚ ਜਾਂ ਕਹਿ ਰਿਹਾ ਵੀ ਕੋਈ ਗੜਬੜ ਹੋ ਰਹੀ ਹੈ, ਤਾਂ ਜੇਕਰ ਉਹ ਇਲੈਕਸ਼ਨ ਕਮਿਸ਼ਨ ਕੋਲ ਜਾਂਦਾ ਗਾ ਤਾਂ ਉਹ ਇਲੈਕਸ਼ਨ ਕਮਿਸ਼ਨ ਕਹੂਗੀ ਮੈਂ ਹੁਣ ਕੁਛ ਨਹੀਂ ਕਰ ਸਕਦੀ, ਤੁਸੀਂ ਵੋਟਾਂ ਤੋਂ ਬਾਅਦ ਜਿਹੜੀ ਹੈ ਪਟੀਸ਼ਨ ਵਗੈਰਾ ਪਾਉਣਾ। ਠੀਕ ਹੈ, ਮਤਲਬ ਵੀ ਜਿਹੜੀ ਕੋਰਟ ਆ ਉਹ ਇੰਟਰਫੇਅਰ ਨਹੀਂ ਕਰ ਸਕਦੀ ਜਦੋਂ ਕਿ ਇਲੈਕਸ਼ਨ ਚੱਲ ਰਹੀਆਂ ਹੋਣ। ਠੀਕ ਹੈ, ਵੈਨ ਡਿਡ ਦ ਪੰਜਾਬ ਅਡੋਪਟ ਦਾ ਪੰਚਾਇਤੀ ਰਾਜ ਸਿਸਟਮ ਪੰਜਾਬ ਦੇ ਵਿੱਚ ਕਦੋਂ ਅਡੋਪਟ ਹੋਈ ਸੀ ਜੀ ਆਪਣੀ ਪੰਚਾਇਤੀ ਰਾਜ 1994 'ਚ, ਤੇ ਇੰਡੀਆ 'ਚ ਫਸਟ ਟਾਈਮ ਕਦੋਂ ਹੋਈ ਸੀ 1959 'ਚ। ਖੇੜੇ ਵਿਲੇਜ ਨਗੌਰ ਕਿਹੜੀ ਸਟੇਟ 'ਚ ਪੈਂਦਾ ਜੀ ਰਾਜਸਥਾਨ। ਠੀਕ ਹੈ, ਓਕੇ ਐਂਡ ਆਵਰ ਨੈਕਸਟ ਵੈਨ ਇਜ਼ ਅ ਪੰਚਾਇਤੀ ਰਾਜ ਡੇ ਸੈਲੀਬ੍ਰੇਟਡ ਇਨ ਇੰਡੀਆ ਕਦੋਂ ਮਨਾਇਆ ਜਾਂਦਾ ਹੈਗਾ ਪੰਚਾਇਤੀ ਰਾਜ ਡੇ 24 ਅਪ੍ਰੈਲ ਨੂੰ ਮਨਾਇਆ ਜਾਂਦਾ। ਠੀਕ ਹੈ, 2-4 ਇੱਦਾਂ ਯਾਦ ਕਰ ਲਓਗੇ ਅਪ੍ਰੈਲ ਦੇ ਵਿੱਚ ਪੰਚਾਇਤ ਆਪਾਂ ਨੂੰ ਅਪ੍ਰੈਲ ਫੂਲ ਹੀ ਮਨਾਉਂਦੀ ਹੈ ਨਾ ਮਤਲਬ ਜਦੋਂ ਕਿ ਆਪਾਂ ਜਸਟ ਐਜ਼ ਅ ਮੈਮਰੀ ਟ੍ਰਿਕ ਯਾਦ ਕਰ ਸਕਦੇ ਹਾਂ ਵੀ ਉਹ ਆਪਾਂ ਨੂੰ ਕਹਿੰਦੇ ਅਸੀਂ ਇਹ ਕਰ ਦਾਂਗੇ ਤੁਹਾਡੇ ਲਈ ਤੁਹਾਡੀ ਵੈਲਫੇਅਰ ਹੋਗੀ ਹੈ ਨਾ, ਸੋ ਇੱਦਾਂ ਯਾਦ ਕਰ ਸਕਦੇ। ਠੀਕ ਹੈ, ਅਗਰ ਕਿਸੇ ਨੂੰ ਡੇਟਸ ਨਹੀਂ ਯਾਦ ਹੋ ਰਹੀਆਂ ਤਾਂ ਸੋ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ। ਅਗਰ ਤੁਹਾਨੂੰ ਕਲਾਸ ਅੱਛੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਐਂਡ ਸਬਸਕ੍ਰਾਈਬ ਵੀ ਕਰ ਲੈਣਾ। ਦੈਟਸ ਇਟ, ਥੈਂਕ ਯੂ।